ਐਸੇ ਬਾਈ ਜਿਹੜਾ ਮੁਲਕੋਂ ਬਾਹਰ ਜਾਣਾ ਚਾਹੁੰਦੇ ਨੇ, ਇੱਥੇ ਹੀ ਤੁਹਾਡਾ ਯੂਰਪ ਬਣ ਜਾਏਗਾ। ਸਿਰਫ ਤੁਸੀਂ ਇਸ ਵੀਡੀਓ ਨੂੰ ਮੁਕੰਮਲ ਦੇਖਣਾ ਹੈ। ਸਾਡੇ ਨਾਲ ਮੌਜੂਦ ਨੇ ਹਸਾਨ ਭਿੰਡਰ ਸਾਹਿਬ। ਭਿੰਡਰ ਸਾਹਿਬ ਨੇ ਇਹ ਆਪਣਾ ਸੈਟਅਪ, ਭਿੰਡਰ ਸਾਹਿਬ ਕਿੰਨੇ ਕੁ ਸਾਲ ਲੱਗ ਗਏ ਨੇ ਆ ਜਿਹੜਾ ਤੁਹਾਡਾ ਇਤਨ ਤੱਕ ਡਿਵੈਲਪ ਹੋਇਆ? ਇਹਨੂੰ ਦੂਸਰਾ ਸਾਲ ਹੈ ਮੇਰਾ ਜੀ। ਸਿਰਫ 2 ਸਾਲ? ਹਾਂਜੀ, ਸਿਰਫ 2 ਸਾਲ। ਤੇ ਇਹਨਾਂ ਕੋਲ ਪਹਿਲੇ ਜਿਹੜੀਆਂ ਗਾਵਾਂ ਸਨ ਉਹ ਉਹੀ ਗਾਵਾਂ ਨੇ ਜਿਹੜੀਆਂ ਕਿ ਇਸ ਟਾਈਮ ਹਰ ਡੇਰੇ ਤੇ ਵੱਜੀਆਂ ਨੇ, ਮਤਲਬ ਕਿ ਸਾਡੀਆਂ ਲੋਕਲ ਕੋਈ ਚੋਲਿਸਤਾਨੀ ਹੋ ਗਈਆਂ ਜਾਂ ਕ੍ਰਾਸ ਹੋ ਗਈਆਂ। ਤੇ ਇਹਨਾਂ ਨੇ ਸਿਰਫ ਕੀ ਕੀਤਾ ਹੈ ਕਿ ਉਹਨਾਂ ਦੇ ਅੱਛੇ ਉਹਨਾਂ ਨੂੰ ਕ੍ਰਾਸ ਰਖਾਏ ਨੇ, ਟੀਕੇ ਚੰਗੇ ਰਖਾਏ ਨੇ, ਤੇ ਉਹਨਾਂ ਤੋਂ ਇੰਨੀ ਅੱਛੀ ਨਸਲ ਤੇ ਇੰਨੀ ਅੱਛੀ ਇਹਨਾਂ ਦੀ ਦੁੱਧ ਦੀ ਪ੍ਰੋਡਕਸ਼ਨ ਬਣ ਗਈ ਹੈ। ਔਰ ਇਹ ਸੈਟਅਪ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ, ਇੱਕ ਕੋਈ ਬਹੁਤ ਵੱਡਾ ਸ਼ੈੱਡ ਨਹੀਂ ਹੈ ਜਿਹਦੇ ਤੇ ਕੋਈ ਕਰੋੜਾਂ ਰੁਪਏ ਲੱਗੇ ਹੋਣ। ਇੱਕ 7 8 10 ਗਾਰਡਰ ਪਾ ਕੇ ਇੱਕ ਛੋਟਾ ਜਿਹਾ ਬਰਾਂਡਾ ਬਣਿਆ ਹੋਇਆ ਹੈ ਤੇ ਉਹਦੇ ਅੰਦਰ ਇਹ ਸਾਰਾ ਕੁਝ ਹੋ ਰਿਹਾ ਹੈ। ਤਫਸੀਲ ਨਾਲ ਪੁੱਛਾਂਗੇ ਭਿੰਡਰ ਸਾਹਿਬ ਕੋਲੋਂ। ਇਹ ਦੱਸੋ ਭਿੰਡਰ ਸਾਹਿਬ ਕਿ ਇਸ ਟਾਈਮ ਤੁਹਾਡੀ ਕਿੰਨੀ ਪ੍ਰੋਡਕਸ਼ਨ ਹੈ ਦੁੱਧ ਦੀ? ਦੋ ਚਾਠਾ ਸਾਹਿਬ ਮੇਰੇ ਕੁਝ ਗਾਵਾਂ ਵਿੱਚ ਸੂਣ ਵਾਲੀਆਂ ਨੇ, ਯਾਨੀ ਕਿ ਕੁਝ ਪਿੱਛੋਂ ਗੱਬਣਾ ਨੇ। ਇਸ ਟਾਈਮ ਮੇਰੀ ਦੁੱਧ ਦੀ ਪ੍ਰੋਡਕਸ਼ਨ ਹੋਵੇ 80 ਲੀਟਰ। ਠੀਕ ਹੈ, 80 ਤੋਂ 82 ਲੀਟਰ। ਤੇ ਟੋਟਲ ਜਾਨਵਰ ਕਿੰਨੇ ਨੇ? ਟੋਟਲ ਜਾਨਵਰ ਮੇਰੇ ਕੋਲ ਜਿਹੜੇ ਦੁੱਧ ਦੇਣ ਵਾਲੇ ਉਹ ਨੇ ਇਸ ਟਾਈਮ 9 ਜਾਨਵਰ। 9 ਜਾਨਵਰ 80 ਲੀਟਰ? ਹਾਂਜੀ, 80 ਲੀਟਰ। ਠੀਕ ਹੈ, ਤਕਰੀਬਨ ਤੁਸੀਂ ਇਸ ਟਾਈਮ 3.5 ਲੱਖ ਦੇ ਰਾਉਂਡ ਅਬਾਊਟ ਜਿਹੜੇ ਨਾ ਉਹ ਦੁੱਧ ਸੇਲ ਕਰ ਰਹੇ ਹੋ। ਹਾਂਜੀ, 3.5 ਤੇ ਲੱਖ। ਸਾਰੇ ਖਰਚੇ ਕੱਢ ਕੇ ਤੁਹਾਡੀ ਬਚਤ ਕਿੰਨੀ ਹੈ? ਸਾਰੇ ਖਰਚੇ ਕੱਢ ਕੇ ਚਾਠਾ ਸਾਹਿਬ ਮੈਨੂੰ 1.5 ਲੱਖ ਰੁਪਏ ਆਸਾਨੀ ਨਾਲ ਸਾਰੇ ਖਰਚੇ ਕੱਢ ਕੇ ਬਚ ਜਾਂਦਾ ਹੈ। 1.5 ਲੱਖ ਰੁਪਏ ਬਚ ਜਾਂਦਾ ਹੈ। ਹਾਂਜੀ। ਤੇ ਇਹੋ ਜਿਹੇ ਕੰਮ ਕਈ ਸਾਲਾਂ ਤੋਂ ਆਪਾਂ ਕਰ ਰਹੇ ਸਾਂ, ਲੇਕਿਨ ਇੰਨਾ ਪ੍ਰੋਫਿਟੇਬਲ ਨਹੀਂ ਸੀ ਬਿਲਕੁਲ। ਤੁਸੀਂ ਐਸਾ ਕੀ ਕੀਤਾ ਕਿ ਇੰਨਾ ਜ਼ਿਆਦਾ ਪ੍ਰੋਫਿਟੇਬਲ ਹੋ ਗਿਆ? ਤੇ ਇਹ ਮੈਨੂੰ ਦੱਸ ਰਹੇ ਸਨ ਥੋੜੀ ਦੇਰ ਪਹਿਲੇ ਕਿ ਤਕਰੀਬਨ 2 ਸਾਲ ਤੋਂ ਬਾਅਦ ਇਹੋ ਹੀ ਇਹਨਾਂ ਦੀ ਬਚਤ ਇੰਨੀ ਜ਼ਿਆਦਾ ਹੋ ਜਾਏਗੀ ਕਿ ਸ਼ਾਇਦ ਤੁਸੀਂ ਮੰਨਣਾ ਵੀ ਨਹੀਂ। ਹਾਂਜੀ। ਤੇ ਤੁਸੀਂ ਐਸਾ ਕੀ ਕੀਤਾ ਕਿ ਜਿਹੜਾ ਕਿ ਆਮ ਸਾਡੇ ਫਾਰਮਰ ਨੂੰ ਕਰਨਾ ਚਾਹੀਦਾ, ਕਿਉਂਕਿ ਐਵੇਂ ਦੀਆਂ ਗਾਵਾਂ ਤੇ ਹਰ ਡੇਰੇ ਤੇ ਵੱਜੀਆਂ ਨੇ? ਚਾਠਾ ਸਾਹਿਬ ਇਹਦਾ ਕੁਝ ਵੀ ਨਹੀਂ, ਇਹ ਜਿੰਨੀ ਵੀ ਸਾਡੇ ਕੋਲ ਆਪਣੇ ਤੇ ਡਿਪੈਂਡ ਹੈ ਕਿ ਅਸੀਂ ਮਤਲਬ ਇਹਨੂੰ ਅੱਛਾ ਸੀਮਨ ਰਖਾਈਏ। ਠੀਕ ਹੈ। ਅੱਛਾ ਸੀਮਨ ਅਗਰ ਅਸੀਂ ਮਤਲਬ ਕਿ ਇਹਨੂੰ ਦੁੱਧ ਵਾਲੇ ਪਾਸੇ ਜਾਣਾ ਚਾਹੁੰਦੇ ਆ, ਫਿਰ ਸਾਨੂੰ ਦੁੱਧ ਵਾਲੀ ਯਾਨੀ ਕਿ ਸੀਮਨ ਰਖਾਉਣਾ ਚਾਹੀਦਾ, ਉਸ ਪਾਸੇ ਜਾਣਾ ਚਾਹੀਦਾ। ਠੀਕ ਹੈ। ਅਗਰ ਅਸੀਂ ਇਹਨੂੰ ਮਤਲਬ ਕਿ ਗਾਂ ਗੋਸ਼ਤ ਵਾਲੇ ਪਾਲਣੇ ਨੇ, ਫਿਰ ਸਾਨੂੰ ਉਸ ਪਾਸੇ ਜਾਣਾ ਚਾਹੀਦਾ ਹੈ। ਸਹੀ ਹੈ। ਲੇਕਿਨ ਅਸੀਂ ਫੈਸਲਾ ਇਹ ਕੀਤਾ ਕਿ ਅਸੀਂ ਦੁੱਧ ਵਾਲੇ ਪਾਸੇ ਜਾਣਾ ਹੈ। ਠੀਕ ਹੈ। ਉਹਦੇ ਵਿੱਚ ਫਿਰ ਅਸੀਂ ਯਾਨੀ ਕਿ ਕ੍ਰਾਸ ਬਰੀਡ ਜਿਹੜੀ ਹੈ, ਯਾਨੀ ਕਿ ਫਰੀਜ਼ਨ ਤੋਂ ਅਸੀਂ ਕ੍ਰਾਸ ਜਿਹੜੀਆਂ ਨੇ ਵੈੜਾਂ ਲਈਆਂ ਨੇ, ਗਾਵਾਂ ਲਈਆਂ ਨੇ, ਉਹਨਾਂ ਨੂੰ ਅਸੀਂ ਗਾਂ ਫਿਰ ਯਾਨੀ ਕਿ ਆਸਟ੍ਰੇਲੀਅਨ ਫਰੀਜ਼ਨ ਅਸੀਂ ਸੀਮਨ ਰਖਵਾਏ ਨੇ। ਸਹੀ ਹੈ। ਅਲਹਮਦੁਲਿਲਾ ਸਾਡੇ ਨਾਲ ਪਹਿਲੇ ਸੂਏ ਯਾਨੀ ਕਿ ਪਹਿਲੇ ਸੂਏ ਵੈੜਾਂ ਨੇ ਗਾਂ ਜਿਹੜੀਆਂ। ਸਹੀ ਹੈ। ਉਹਦੇ ਅਸੀਂ ਕੋਈ 2-3 ਬਾਹਰੋਂ ਖਰੀਦੀਆਂ ਨੇ ਮਾਰਕੀਟ ਚੋਂ, ਮੰਡੀਆਂ ਚੋਂ ਲੈ ਕੇ ਆਏ ਆ। ਅਲਹਮਦੁਲਿਲਾ ਸਾਡੀਆਂ ਜਿਹੜੀਆਂ 16-17 ਲੀਟਰ ਤੱਕ ਜਿਹੜੀ ਯਾਨੀ ਕਿ ਤਾਜ਼ੀਆਂ ਸੂਈਆਂ ਗਈਆਂ ਨੇ, ਉਹ 17 ਲੀਟਰ 18 ਲੀਟਰ ਤੱਕ ਸਾਡੀ ਉਹਨਾਂ ਦੀ ਦੁੱਧ ਦੀ ਪ੍ਰੋਡਕਸ਼ਨ ਹੈ। ਠੀਕ। ਤੇ ਕੁਛ ਐਵੇਂ ਦੀਆਂ ਗਾਵਾਂ ਵੀ ਹੈ ਨੇ ਕਿ ਜਿਹੜੀਆਂ 22 ਲੀਟਰ 24 ਲੀਟਰ ਤੇ ਵੀ 1-2 ਗਾਵਾਂ ਨੇ ਜਿਹੜੀਆਂ ਜਾ ਰਹੀਆਂ ਨੇ। ਠੀਕ ਹੈ। ਤੇ ਉਹ ਵੰਡਾ ਅਸੀਂ ਆਪਣਾ ਜ਼ਾਤੀ ਤਿਆਰ ਕਰਵਾਉਂਦੇ ਆ, ਵੰਡਾ ਅਸੀਂ ਮਾਰਕੀਟ ਚੋਂ ਬਾਜ਼ਾਰੀ ਵੰਡਾ ਨਹੀਂ ਲੈਂਦੇ। ਠੀਕ ਹੈ। ਜਿਹੜਾ ਸਾਡੀ ਸਭ ਤੋਂ ਵੱਡੀ ਕਾਮਯਾਬੀ ਹੈ। ਠੀਕ ਹੈ। ਤੇ ਬਾਕੀ ਸਿਰਫ 1-2 ਬੰਦੇ ਅਸੀਂ ਮਤਲਬ ਆਪਣਾ ਕੰਮ ਕਰਨੇ ਆ ਸਾਰਾ ਦਿਨ। ਬਿਹਤਰੀਨ ਸਾਡਾ ਇਹਦੇ ਚ ਰੋਜ਼ਗਾਰ ਹੈ ਅਲਹਮਦੁਲਿਲਾ। ਔਰ ਗਾਂ ਵੀ ਅਸੀਂ ਇਹਨਾਂ ਨੂੰ ਅੱਛੇ ਟੀਕੇ ਰਖਾ ਰਹੇ ਆ। ਗਾਂ ਇਨਸ਼ਾਅੱਲਾ ਜਿਹੜੀ ਇਸ ਤੋਂ ਵੀ ਅੱਗੇ ਬਰੀਡ ਆਏਗੀ ਉਹ ਇਸ ਤੋਂ ਵੀ ਬਿਹਤਰੀਨ ਆਏਗੀ। ਉਹਦੇ ਚ ਜੀ 4 ਵੱਛੀਆਂ ਇਹਨਾਂ ਕੋਲ ਆ ਗਈਆਂ ਨੇ ਆਲਰੇਡੀ। 4 ਨੇ ਕਿ 3? 3 ਵੱਛੀਆਂ ਨੇ। 3 ਵੱਛੀਆਂ ਨੇ ਜਿਹੜੀਆਂ ਕਿ ਤਕਰੀਬਨ ਹੋਏ ਕਹਿ ਰਹੇ ਨੇ ਕਿ ਪਿਓਰ ਹੋ ਗਈਆਂ ਨੇ। ਹਾਂਜੀ, ਪਿਓਰ। ਅੱਛਾ, ਦੂਸਰਾ ਇਹ ਦੱਸੋ ਭਿੰਡਰ ਸਾਹਿਬ ਕਿ ਜਿਹੜਾ ਸਾਡਾ ਫਾਰਮਰ ਅਗਰ ਫਰਜ਼ ਕਰ ਲੋ ਸਟਾਰਟ ਲੈਣਾ ਚਾਹੁੰਦਾ ਹੈ, ਹਾਂਜੀ, ਬਿਲਕੁਲ ਥੋੜੇ ਪੈਸਿਆਂ ਨਾਲ ਇਸ ਕਾਰੋਬਾਰ ਵਿੱਚ ਕਿਵੇਂ ਸਟਾਰਟ ਲੈ, ਮਤਲਬ ਕਿਸ ਤਰ੍ਹਾਂ ਦੀਆਂ ਗਾਵਾਂ ਲਵੇ ਮਾਰਕੀਟ ਵਿੱਚ? ਉਹ ਮਾਰਕੀਟ ਵਿੱਚ ਚਾਠਾ ਸਾਹਿਬ ਕ੍ਰਾਸ ਬਰੀਡ ਲਵੇ। ਠੀਕ ਹੈ। ਤੋਕੜ ਗਾਵਾਂ ਲਵੇ। ਠੀਕ ਹੈ। ਤੋਕੜ ਗਾਵਾਂ ਲਵੇ ਯਾਨੀ ਕਿ ਜਿਹੜਾ ਉਹਦੇ 5-4 ਲੀਟਰ 7 ਲੀਟਰ 6 ਲੀਟਰ ਦੁੱਧ ਵਾਲੀਆਂ, ਮਤਲਬ ਉਹਨੂੰ ਉਸ ਟਾਈਮ ਮਿਲਦਾ ਹੋਵੇ ਦੁੱਧ ਨੂੰ, ਤਾਂ ਕਿ ਉਹਦਾ ਆਉਂਦਿਆਂ ਸਾਲ ਇੱਕ ਤੇ ਖਰਚਾ ਨਿਕਲੇ। ਉਸ ਤੋਂ ਬਾਅਦ ਉਹਨੂੰ ਅੱਛੀ ਸੈਮੀਨੇਸ਼ਨ ਕਰਵਾਏ। ਅੱਛੀ ਸੈਮੀਨੇਸ਼ਨ ਕਰਵਾਉਣ ਤੋਂ ਬਾਅਦ ਇਨਸ਼ਾਅੱਲਾ 10 ਮਹੀਨੇ ਦੇ ਵਿੱਚ 12 ਮਹੀਨੇ ਚ ਜਿਹੜੀ ਗਾਂ ਉਹ ਮਤਲਬ ਡਿਲੀਵਰ ਕਰ ਜਾਂਦੀ ਹੈ। ਠੀਕ ਹੈ। ਉਸ ਤੋਂ ਬਾਅਦ ਉਹਦੀ ਮਰਜ਼ੀ ਉਹਨੂੰ ਸੇਲ ਕਰਨਾ ਚਾਹਵੇ ਤਾਂ ਵੀ ਉਹਨੂੰ ਅੱਛਾ ਪ੍ਰੋਫਿਟ ਮਿਲ ਸਕਦਾ ਹੈ। ਅਗਰ ਉਹਨੂੰ ਗਾਂ ਲੈ ਕੇ ਚੱਲਣਾ ਚਾਹਵੇ ਤੇ ਉਹ ਬਿਹਤਰੀਨ ਪ੍ਰੋਫਿਟ ਉਹਦੇ ਵਾਸਤੇ। ਬਿਹਤਰੀਨ ਪ੍ਰੋਫਿਟ ਹੈ। ਤੇ ਇਹ ਤੋਕੜ ਗਾਵਾਂ ਜਿਵੇਂ ਦਾ ਤੁਸੀਂ ਦੱਸ ਰਹੇ ਹੋ, ਇਹ ਤਕਰੀਬਨ ਇਹ ਕਿੰਨੇ ਕੁ ਦੀ ਮਾਰਕੀਟ ਹੈ ਉਹਨਾਂ ਦੀ? ਇਹ ਚਾਠਾ ਸਾਹਿਬ ਤਕਰੀਬਨ 2.5 ਲੱਖ ਤੋਂ ਰੱਖ ਕੇ ਤੇ 3,30,000 3.5 ਲੱਖ ਰੁਪਏ ਤੱਕ ਮਤਲਬ ਕ੍ਰਾਸ ਬਰੀਡ ਬਿਹਤਰੀਨ ਮਿਲ ਜਾਂਦੀ ਹੈ। ਬਿਹਤਰੀਨ ਜਿੰਦੇ ਤੋਂ ਕਿ ਅੱਗੇ ਤੁਸੀਂ ਦੁੱਧ ਵਾਸਤੇ ਅਗਰ ਉਹਨੂੰ ਰੱਖਣਾ ਚਾਹੋ ਤਾਂ ਵੀ ਉਹਨਾਂ ਦੀ ਪ੍ਰੋਡਕਸ਼ਨ 15 ਲੀਟਰ ਪਲੱਸ ਤੇ ਜਾ ਸਕਦੀ ਹੈ। 15 ਲੀਟਰ ਪਲੱਸ ਤੇ ਜਾਏਗੀ ਬਿਲਕੁਲ। ਤੇ ਅਗਰ ਤੁਸੀਂ ਉਹਦੇ ਤੋਂ ਗੋਸ਼ਤ ਵਾਲੀ ਸਾਈਡ ਤੇ ਜਾਂਦੇ ਹੋ ਤੇ ਉਹਦੇ ਜਿਵੇਂ ਦਾ ਮਰਜ਼ੀ ਤੁਸੀਂ ਸੀਮਨ ਰਖਾ ਸਕਦੇ ਹੋ। ਬਿਲਕੁਲ ਠੀਕ ਹੋ ਗਿਆ। ਤੇ ਬਾਕੀ ਇਹ ਥੋੜਾ ਜਿਹਾ ਆਈਡੀਆ ਵੀਡੀਓ ਹੈ ਤੇ ਇਹ ਕੋਈ ਜ਼ਰੂਰੀ ਨਹੀਂ ਕਿ 15 ਲੀਟਰ ਜਾਂ 20 ਲੀਟਰ ਪਲੱਸ ਐਵਰੇਜ ਦੁੱਧ ਦੀ ਲੈਣ ਵਾਸਤੇ ਤੁਹਾਨੂੰ ਸ਼ੈੱਡ ਲਾਣਾ ਪਏਗਾ, ਤੁਹਾਨੂੰ ਫਰੀਜ਼ਨ ਲੈਣੀਆਂ ਪੈਣਗੀਆਂ, ਤੁਹਾਨੂੰ ਆਸਟ੍ਰੇਲੀਅਨ ਲੈਣੀਆਂ ਪੈਣਗੀਆਂ, ਤੁਹਾਨੂੰ ਕਰੋੜਾਂ ਰੁਪਏ ਦਾ ਖਰਚਾ ਕਰਨਾ ਪਏਗਾ। ਬਿਲਕੁਲ ਐਵੇਂ ਦੀ ਕੋਈ ਗੱਲ ਨਹੀਂ। ਤੁਸੀਂ ਇੱਕ ਮਕੂਲ ਬਜਟ ਤੋਂ 20 ਤੋਂ 30 ਲੱਖ ਰੁਪਏ ਦੇ ਦਰਮਿਆਨ ਅਗਰ ਇਹ ਬਿਜ਼ਨਸ ਸ਼ੁਰੂ ਕਰਦੇ ਹੋ, 100% ਇਹ ਬਿਜ਼ਨਸ ਜਿਹੜਾ ਪ੍ਰੋਫਿਟੇਬਲ ਹੈ। ਦੁੱਧ ਦੀ ਕਮੀ ਕਿੰਨੀ ਕੁ ਹੈ ਪਾਕਿਸਤਾਨ ਵਿੱਚ? ਦੁੱਧ ਦੀ ਕਮੀ ਜਿਹੜਾ ਗਰਮੀਆਂ ਦੇ ਵਿੱਚ ਇਹਦਾ ਤੇ ਉਸ ਟਾਈਮ ਮਤਲਬ ਇਹਦੀ ਤੇ ਪ੍ਰੋਡਕਸ਼ਨ ਇੰਨੀ ਪੂਰਾ ਹੀ ਨਹੀਂ ਹੁੰਦਾ ਦੁੱਧ।
ਹੁਣ ਗਰਮੀਆਂ ਦੇ ਵਿੱਚ ਜਿਹੜਾ ਦੁੱਧ ਸਾਡਾ 170 ਰੁਪਏ 60 ਰੁਪਏ ਲੀਟਰ ਜਾ ਰਿਹਾ ਹੈ। ਸਹੀ ਹੈ। ਤੇ ਸਰਦੀਆਂ ਥੋੜਾ ਜਿਹਾ ਹੁੰਦਾ ਕਿ ਸਾਨੂੰ ਚੋਲਿਸਤਾਨ ਇਥੋਂ ਜ਼ਿਆਦਾ ਨਜ਼ਦੀਕ ਲੱਗਦਾ ਨਾ, ਫਿਰ ਉਹ ਗਾਵਾਂ ਯਾਨੀ ਕਿ ਉਹਨਾਂ ਦੀ ਪ੍ਰੋਡਕਸ਼ਨ ਵੱਧ ਜਾਂਦੀ ਹੈ। ਸਹੀ ਹੈ। ਉਹਦੇ ਨਾਲ ਥੋੜਾ ਸਾਡਾ ਫਿਰ 10 ਰੁਪਏ ਦਾ 20 ਰੁਪਏ ਦਾ ਰੇਟ ਦਾ ਪਰ ਕਿਲੋ ਨਾਲ ਫਰਕ ਪੈਂਦਾ ਵੇ। ਸਹੀ ਹੈ। ਤੇ ਯਾਨੀ ਕਿ ਐਵਰੇਜ ਜਿਹੜਾ ਰੇਟ ਹੈ ਨਾ ਉਹ 150 ਰੁਪਏ ਤੇ ਚੱਲਦਾ ਹੈ, 140 ਰੁਪਏ 150 ਰੁਪਏ। ਤੇ ਉਹਦੇ ਵਿੱਚ ਵੀ ਬਿਹਤਰੀਨ ਰੋਜ਼ੀ ਹਾਂਜੀ, ਉਹਦੇ ਚ ਬਿਹਤਰੀਨ ਰੋਜ਼ੀ ਹੈ। ਠੀਕ ਹੋ ਗਿਆ। ਐਸੇ ਸਾਡੇ ਭਾਈ ਜਿਹੜਾ ਕਿ ਕੰਮ ਕਰ ਰਹੇ ਨੇ, ਕੰਮ ਨੂੰ ਵਧਾਉਣਾ ਚਾਹੁੰਦੇ, ਉਹਨਾਂ ਵਾਸਤੇ ਬਿਹਤਰੀਨ ਇੱਕ ਆਈਡੀਆ ਵੀਡੀਓ ਹੈ। ਮਜ਼ੀਦ ਇਨਸ਼ਾਅੱਲਾ ਇੱਥੇ ਚੱਕਰ ਲਾਉਂਦੇ ਰਵਾਂਗੇ, ਭਿੰਡਰ ਸਾਹਿਬ ਦਾ ਨਿਜ਼ਾਮ ਸਾਰਾ ਵਹਿੰਦੇ ਰਵਾਂਗੇ। 2 ਸਾਲਾਂ ਜਿਹਨਾਂ ਬੜੀ ਤਰੱਕੀ ਕੀਤੀ ਹੈ ਤੇ ਮਜ਼ੀਦ ਵੀ ਇਨਸ਼ਾਅੱਲਾ ਮਜ਼ੀਦ ਵੀ ਡਿਵੈਲਪ ਕਰਾਵਾਂਗੇ, ਡਿਵੈਲਪ ਕਰਨਗੇ ਤੇ ਨਾਲ ਨਾਲ ਤੁਹਾਨੂੰ ਵਿਖਾਵਾਂਗੇ। ਬਹੁਤ ਸ਼ੁਕਰੀਆ ਜਨਾਬ, ਇਜਾਜ਼ਤ ਦਿਓ ਜੀ, ਅੱਲਾਹ ਹਾਫਿਜ਼।